ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਬਖਤਾ, ਕੌਣ ਸੋ ਗਿਰਹੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ। ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਟੂਟਾ, ਕੌਣ ਕਰਮ ਕੌਣ ਨਹਿ ਕਰਮਾ, ਕੌਣ ਸੋ ਕਹੇ ਕਹਾਏ ਜੀਓ। ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਬੇਮੁਖੀਆ, ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ, ਇਹ ਬਿਦ ਕੌਣ ਪ੍ਰਗਟਾਏ ਜੀਓ। ਕੌਣ ਸੋ ਅਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਦ ਕੀਰਤਨ ਗਾਏ ਜੀਓ। ਗੁਰਮੁਖ ਮੁਕਤਾ ਗੁਰਮੁਖ ਦੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਖਤਾ, ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਹਉਮੈ ਬਾਤਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ ਗੁਰਮੁਖ ਨੇਹ ਕਰਮਾ, ਗੁਰਮੁਖ ਕਰੇ ਸੋ ਸੁਭਾਏ ਜੀਓ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛੜੇ, ਗੁਰਮੁਖ ਬਿਦ ਪ੍ਰਗਟਾਏ ਜੀਓ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸ ਤੇ ਹੋਏ ਅਨੰਤਾ, ਨਾਨਕ ਏਕ ਸਮੇਂ ਸਮਾਏ ਜੀਓ। ਸਗਲ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸ ਤੇ ਹੋਏ ਅਨੰਤਾ, ਨਾਨਕ ਏਕ ਸਮੇਂ ਸਮਾਏ ਜੀਓ। ਗੁਰੂ ਜੀ ਕਹਿੰਦੇ ਹਨ, ਸਵਾਲ ਕਰਦੇ ਹਨ ਕਿ ਉਹ ਇਸ ਸੰਸਾਰ ਵਿੱਚ ਮੁਕਤ ਕੌਣ ਹੈ, ਪਰਮੇਸ਼ਰ ਨਾਲ ਕੌਣ ਜੁੜਿਆ ਹੋਇਆ ਹੈ, ਗਿਆਨਵਾਨ ਕੌਣ ਹੈ, ਸ਼੍ਰੇਸ਼ਟ ਵਕਤਾ ਕੌਣ ਹੈ, ਪਰਮੇਸ਼ਰ ਦੇ ਜਸ ਨੂੰ ਉਚਾਰਨ ਵਾਲਾ ਕੌਣ ਹੈ, ਧੰਤਾ ਜੋਗ ਗ੍ਰਹਸਤੀ ਕੌਣ ਹੈ, ਸਾਧੂ ਸੰਤ ਕੌਣ ਹੈ, ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਕੌਣ ਪਾਉਂਦਾ ਹੈ ਜੀ। ਫਿਰ ਗੁਰੂ ਜੀ ਸਵਾਲ ਕਰਦੇ ਹਨ ਕਿ ਇਸ ਸੰਸਾਰ ਵਿੱਚ ਕਿਸ ਪ੍ਰਕਾਰ ਦੇ ਮਨੁੱਖ ਸੰਸਾਰ ਦੇ ਬੰਧਨਾਂ ਵਿੱਚ ਪੈਂਦੇ ਹਨ ਅਤੇ ਕਿਸ ਤਰ੍ਹਾਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਂਦੇ ਹਨ। ਉਹ ਕਿਹੜੇ ਪ੍ਰਯੋਜਨ ਨਾਲ ਤਰੀਕਾ ਹੈ ਜਿਸ ਨਾਲ ਆਉਣ ਜਾਣ ਦਾ ਗੇੜ ਮੁੱਕਦਾ ਹੈ ਜੀ। ਕੌਣ ਕਰਮ ਕਾਂਡ ਦੇ ਬੰਧਨਾਂ ਵਿੱਚ ਫਸਿਆ ਹੋਇਆ ਹੈ ਅਤੇ ਕੌਣ ਮੁਕਤ ਹੈ ਜੀ। ਕੌਣ ਜਾਂ ਕਿਸ ਤਰ੍ਹਾਂ ਪ੍ਰਭ ਦੇ ਜਸ ਨੂੰ ਗਾਉਂਦਾ ਹੈ ਜੀ ਅਤੇ ਦੂਸਰਿਆਂ ਨੂੰ ਗਵਾਉਂਦਾ ਹੈ ਜੀ, ਅਖਵਾਉਂਦਾ ਹੈ ਜੀ। ਫਿਰ ਗੁਰੂ ਜੀ ਸਵਾਲ ਕਰਦੇ ਹਨ ਕਿ ਇਸ ਸੰਸਾਰ ਵਿੱਚ ਕੌਣ ਸੁਖੀ ਹੈ, ਕੌਣ ਦੁਖੀ ਹੈ, ਕੌਣ ਸਨਮੁਖ ਹੈ, ਗੁਰਮੁਖ ਕੌਣ ਹੈ, ਮਨਮੁਖ ਕੌਣ ਹੈ। ਅਸੀਂ ਮਨੁੱਖ ਕਿਸ ਤਰ੍ਹਾਂ ਆਪਣੇ ਮੂਲ ਤੋਂ ਵਿਛੜੇ ਅਤੇ ਮੁੜ ਕਿਸ ਤਰ੍ਹਾਂ ਮੇਲਾ ਹੋਵੇ ਜੀ।
ਫਿਰ ਗੁਰੂ ਜੀ ਸਵਾਲ ਕਰਦੇ ਹਨ ਕਿ ਉਹ ਕਿਹੜਾ ਅੱਖਰ ਹੈ ਜਿਸ ਨਾਲ ਦੌੜਦੇ ਮਨ ਨੂੰ ਸਥਿਰ ਕੀਤਾ ਜਾਵੇ। ਉਹ ਕਿਹੜਾ ਉਪਦੇਸ਼ ਹੈ, ਗਿਆਨ ਹੈ, ਜਿਸ ਨਾਲ ਦੁੱਖ ਸੁੱਖ ਨੂੰ ਮਨ ਸਮ ਕਰਕੇ ਦੇਖੇ। ਉਹ ਕਿਹੜੀ ਜ਼ਿੰਦਗੀ ਦੀ ਚਾਲ ਹੈ, ਜੀਵਨ ਸ਼ੈਲੀ ਹੈ, ਜਿਸ ਨਾਲ ਉਸ ਪਾਰ ਬ੍ਰਹਮ ਦਾ ਧਿਆਉਣਾ ਹੁੰਦਾ ਹੈ ਜੀ, ਅਤੇ ਕੀਰਤਨ ਵਿੱਚ ਮਨ ਜੁੜਦਾ ਹੈ ਜੀ। ਫਿਰ ਗੁਰੂ ਜੀ ਜਵਾਬ ਵਿੱਚ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੀ ਸਿੱਖ ਦੇ ਉਪਦੇਸ਼ ਗੁਰੂ ਵੱਲ ਮੁਖ ਕੀਤਿਆਂ ਭਾਵ ਗੁਰਗਿਆਨ ਵਾਲਾ ਮਨੁੱਖ ਹੀ ਮੁਕਤ ਹੈ। ਜੋ ਗੁਰਸ਼ਬਦ ਗੁਰਬਾਣੀ ਦੀ ਸਿੱਖ ਤੇ ਚੱਲਦਾ ਹੈ ਅਤੇ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਜੀ, ਉਹੀ ਗੁਰਮੁਖ ਗਿਆਨੀ ਹੈ ਅਤੇ ਗਿਆਨ ਨੂੰ ਦੇਣ ਦੀ ਕਾਬਲੀਅਤ ਰੱਖਦਾ ਹੈ ਜੀ। ਉਹ ਗ੍ਰਹਿਸਥ ਹੋਵੇ ਜਾਂ ਤਿਆਗੀ, ਉਹੀ ਗੁਰਮੁਖ ਧਨਤਾ ਦੇ ਯੋਗ ਹਨ ਜੀ, ਅਤੇ ਪ੍ਰਭ ਦੀ ਪ੍ਰਾਪਤੀ ਦੀ ਕੀਮਤ ਜਾਣਦੇ ਹਨ ਜੀ। ਫਿਰ ਜਵਾਬ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਐਸੇ ਗੁਰਮੁਖ ਦਾ ਆਵਣ ਜਾਣ ਮੁੱਕ ਜਾਂਦਾ ਹੈ। ਐਸੇ ਗੁਰਮੁਖਾਂ ਦੇ ਕਰਮ ਨਿਰਮਲ ਹਨ। ਐਸੇ ਗੁਰਮੁਖ ਸੁਖੀ ਹਨ, ਭਾਵ ਉਹ ਗੁਰਸ਼ਬਦ ਗੁਰਬਾਣੀ ਦੀ ਸਿੱਖ ਤੇ ਚੱਲ ਕੇ ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿੰਦੇ ਹਨ। ਪਰ ਮਨਮੁਖ ਵਿਅਕਤੀ ਆਪਣੇ ਦਵੈਤ ਭਾਵ ਕਾਰਨ ਦੁਖੀ ਹਨ ਜੀ। ਫਿਰ ਗੁਰੂ ਜੀ ਜਵਾਬ ਵਿੱਚ ਦੱਸਦੇ ਹਨ ਕਿ ਗੁਰਮੁਖ ਆਪਣੇ ਮੂਲ ਦੇ ਸਨਮੁਖ ਹਨ। ਮਨਮੁਖ ਆਪਣੇ ਮੂਲ ਆਪਣੇ ਦਵੈਤ ਭਾਵ ਕਾਰਨ ਉਸ ਪਰਮੇਸ਼ਰ ਤੋਂ ਨਿਖੜੇ ਹੋਏ ਹਨ ਜੀ। ਗੁਰਮੁਖ ਪਾਸ ਗੁਰਸ਼ਬਦ ਗੁਰਬਾਣੀ ਨੂੰ ਮਿਲਣ ਦੀ ਬਿਧ ਹੈ, ਜਿਸ ਕਰਕੇ ਮਨ ਨੂੰ ਕਾਬੂ ਕਰਕੇ ਗੁਰਸ਼ਬਦ ਗੁਰਬਾਣੀ ਉਪਦੇਸ਼ ਦੁਆਰਾ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਦੇ ਹਨ ਜੀ। ਫਿਰ ਗੁਰੂ ਜੀ ਜਵਾਬ ਵਿੱਚ ਕਹਿੰਦੇ ਹਨ ਕਿ ਗੁਰਮੁਖ ਦੀ ਐਸੀ ਜੀਵਨ ਸ਼ੈਲੀ ਗੁਰਸ਼ਬਦ ਗੁਰਬਾਣੀ ਰਾਹੀਂ ਪਰਮੇਸ਼ਰ ਨੂੰ ਧਿਆਉਣ ਵਿੱਚ ਸਹਾਇਕ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਚਲਾਉਣ ਵਾਲਾ ਉਹ ਆਪ ਪਰਮੇਸ਼ਰ ਇੱਕ ਹੈ, ਤੇ ਇੱਕ ਤੋਂ ਅਨੇਕ ਬਣ ਕੇ ਫਿਰ ਅਨੇਕ ਹੋ ਜਾਂਦਾ ਹੈ ਜੀ। ਇਸ ਸ਼ਬਦ ਵਿੱਚ ਸਾਨੂੰ ਗੁਰੂ ਜੀ 24 ਮੁੱਢਲੇ ਸਵਾਲ ਅਤੇ 24 ਦਾ ਜਵਾਬ ਦਿੰਦੇ ਹਨ ਜੀ। ਇਸ ਸ਼ਬਦ ਵਿੱਚ 8 ਪਦੇ ਨਹੀਂ 9 ਹਨ। ਪਹਿਲੇ 4 ਪਦਿਆਂ ਵਿੱਚ 24 ਪ੍ਰਸ਼ਨ ਹਨ ਅਤੇ ਪਿਛਲੇ 4 ਪਦਿਆਂ ਵਿੱਚ ਪ੍ਰਸ਼ਨਾਂ ਦੇ ਉੱਤਰ ਹਨ। 9ਵੇਂ ਪਦੇ ਵਿੱਚ ਸਾਰੇ ਸ਼ਬਦਾਂ ਦਾ ਨਿਚੋੜ ਦੇ ਦਿੱਤਾ ਹੈ ਕਿ ਸਾਰੀ ਰਚਨਾ ਨੂੰ ਬਣਾਉਣ ਵਾਲਾ ਮਾਲਕ ਪਰਮੇਸ਼ਰ ਆਪ ਹੈ। ਕਰਨ ਕਰਾਉਣ ਵਾਲਾ ਬਣਾਉਣ ਵਾਲਾ ਤੇ ਢਾਉਣ ਵਾਲਾ ਉਹ ਆਪ ਹੀ ਹੈ। ਸਾਰੀ ਸ੍ਰਿਸ਼ਟੀ ਦਾ ਵਿਸਥਾਰ ਇੱਕੋ ਤੋਂ ਹੋਇਆ ਹੈ ਤੇ ਅੰਤ ਨੂੰ ਸਾਰਾ ਦਿਸਦਾ ਬ੍ਰਹਮੰਡ ਵੀ ਇੱਕ ਵਿੱਚ ਹੀ
ਸਮਾ ਜਾਂਦਾ ਹੈ ਜੀ। ਗੁਰੂ ਜੀ ਨੇ ਇਸ ਅਫਸਰੀ ਦੀ ਇਸ ਪੰਕਤੀ ਵਿੱਚ ਕਿਹਾ ਹੈ, ਕਿਨ ਬਿਦ ਕੀਰਤਨ ਗਾਏ ਜੀਓ ਵਾਲੇ ਸਵਾਲ ਤੋਂ ਉਸ ਦਾ ਉੱਤਰ ਦਿੰਦੇ ਹਨ। ਇਸ ਪੰਕਤੀ ਵਿੱਚ ਸ਼ਬਦ ਦੀ ਗੁਰਮੁਖ ਕੀਰਤਨ ਗਾਏ ਜੀਓ ਵਾਲੀ ਪੰਕਤੀ ਵਿੱਚ ਦਿੱਤਾ ਹੈ। ਇਸ ਉੱਤਰ ਵਿੱਚੋਂ ਇਹ ਸੇਧ ਮਿਲਦੀ ਹੈ ਕਿ ਕੀਰਤਨ ਗੁਰਮੁਖ ਬਣ ਕੇ ਹੀ ਗਾਇਨ ਕੀਤਾ ਜਾ ਸਕਦਾ ਹੈ। ਤੇ ਗੁਰਮੁਖ ਕਿਸ ਤਰ੍ਹਾਂ ਬਣਨਾ ਹੈ? ਗੁਰਸ਼ਬਦ ਗੁਰਬਾਣੀ ਦੀ ਸਿੱਖ ਉਪਦੇਸ਼ ਲੈ ਕੇ ਉਸ 'ਤੇ ਚੱਲ ਕੇ ਹੀ ਅਸੀਂ ਗੁਰਮੁਖ ਬਣ ਸਕਦੇ ਹਾਂ ਜੀ। ਜਿਸ ਕੀਰਤਨ ਦੇ ਕਰਨ ਨਾਲ ਸਾਰਿਆਂ ਦੇ ਮਨਾਂ ਵਿੱਚ ਸ਼ਾਂਤੀ ਤੇ ਆਨੰਦ ਬਣ ਜਾਵੇ। ਸਤਿਗੁਰਾਂ ਪਾਸੋਂ ਅਸੀਂ ਇਹ ਗੁਰਸ਼ਬਦ ਗੁਰਬਾਣੀ ਰਾਹੀਂ ਪ੍ਰਾਪਤ ਕਰਕੇ ਫਿਰ ਦੂਸਰਿਆਂ ਨੂੰ ਇਹ ਦਾਤ ਵੰਡਣੀ ਚਾਹੀਦੀ ਹੈ ਜੀ। ਸਤਿਗੁਰ ਮਿਹਰ ਕਰਨ, ਸਾਡੇ ਅੰਦਰ ਰੱਬੀ ਕੀਰਤਨ ਲਈ ਚਾਅ ਤੇ ਹੁਲਾਰਾ ਆਵੇ। ਅਸੀਂ ਗੁਰਸ਼ਬਦ ਗੁਰਬਾਣੀ ਉਪਦੇਸ਼ ਰਾਹੀਂ ਕੀਰਤਨ ਦਾ ਅੰਮ੍ਰਿਤ ਰਸ ਚੱਖ ਕੇ ਆਤਮਿਕ ਤੌਰ 'ਤੇ ਨਿਹਾਲ ਹੋਈਏ। ਇਸ ਸ਼ਬਦ ਦਾ ਸਾਰ ਇਹ ਹੈ ਕਿ ਕਿਸ ਬਿਧ ਨਾਲ ਮਨੁੱਖ ਸੰਸਾਰ ਦੇ ਬੰਧਨਾਂ ਤੋਂ ਛੁੱਟੇ ਅਤੇ ਭਾਣੇ ਵਿੱਚ ਰਹਿ ਕੇ ਦੁੱਖ ਸੁੱਖ ਨੂੰ ਸਮਾਨ ਸਮਝੇ, ਆਪਣੇ ਮੂਲ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਆਪਣਾ ਜੀਵਨ ਸਫਲ ਕਰੇ। ਉੱਤਰ ਇੱਕੋ ਹੀ ਹੈ, ਗੁਰਸ਼ਬਦ ਗੁਰਬਾਣੀ ਗਿਆਨ ਕੀਰਤਨ ਦੁਆਰਾ ਹੀ ਇਹ ਸੰਭਵ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।